ਸਿੱਖੀ, ਫਕੀਰ ਤੇ ਗ੍ਰਹਿਸਥ ਉਪਦੇਸ਼। ਇੱਕ ਦਿਨ ਆਪ ਜੀ ਤੋਂ ਇੱਕ ਆਦਮੀ ਨੇ ਪੁੱਛਿਆ, ਮਹਾਰਾਜ, ਮੈਂ ਕਿਹੜੀ ਚੀਜ਼ ਧਾਰਨ ਕਰਾਂ, ਸਿੱਖੀ ਜਾਂ ਫਕੀਰੀ ਜਾਂ ਫਿਰ ਗ੍ਰਹਿਸਥ ਧਰਮ ਗ੍ਰਹਿਣ ਕਰਾਂ। ਉਸ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਪਹਿਲਾਂ ਤੂੰ ਇਹ ਕੰਮ ਕਰ ਕਿ ਸਾਡੀ ਅਰਦਾਸ ਲੈ ਕੇ ਉਸ ਪਿੰਡ ਸਾਡੇ ਸਿੱਖ ਪਾਸ ਜਾ। ਉਸ ਪਾਸੋਂ ਪਹਿਲਾਂ 200 ਰੁਪਏ ਲੈ ਕੇ ਫਿਰ ਉਸ ਦੇ ਘਰੋਂ ਭੋਜਨ ਛਕਣਾ। ਫਿਰ ਜਦ ਤੂੰ ਕੰਮ ਕਰਕੇ ਵਾਪਸ ਆਵੇਂਗਾ ਤਾਂ ਤੇਰੇ ਪ੍ਰਸ਼ਨ ਦਾ ਉੱਤਰ ਦਿਆਂਗੇ। ਜਦ ਇਹ ਹੁਕਮਨਾਮਾ ਲੈ ਕੇ ਉਹ ਸਿੱਖ ਦੇ ਘਰ ਪਹੁੰਚਿਆ ਤਾਂ ਉਸ ਨੇ ਇਸ ਦਾ ਬੜਾ ਆਦਰ ਸਤਿਕਾਰ ਕਰਕੇ ਪ੍ਰਸ਼ਾਦ ਪਾਣੀ ਪੁੱਛਿਆ। ਤਦ ਹੁਕਮਨਾਮੀ ਸਿੱਖ ਨੇ ਆਖਿਆ ਕਿ ਗੁਰੂ ਜੀ ਦਾ ਹੁਕਮ ਹੈ ਕਿ ਪਹਿਲਾਂ 200 ਰੁਪਈਆ ਲੈ ਕੇ ਫਿਰ ਪ੍ਰਸ਼ਾਦ ਪਾਣੀ ਛਕਣਾ। ਇਹ ਗੱਲ ਸੁਣ ਕੇ ਸਿੱਖ ਚੁੱਪ ਕਰਕੇ ਸੋਚਣ ਲੱਗ ਪਿਆ ਕਿ ਇਤਨਾ ਰੁਪਈਆ ਕਿੱਥੋਂ ਦਿਆਂ। ਪਤੀ ਨੂੰ ਇਸ ਤਰ੍ਹਾਂ ਸੋਚਾਂ ਵਿੱਚ ਪਿਆ ਵੇਖ ਕੇ ਉਸ ਦੀ ਇਸਤਰੀ ਨੇ ਪੁੱਛਿਆ ਕਿ ਆਪ ਸੋਚਾਂ ਵਿੱਚ ਕਿਉਂ ਪੈ ਗਏ ਹੋ। ਜਦ ਸਿੱਖ ਨੇ ਆਪਣੀ ਇਸਤਰੀ ਨੂੰ ਗੁਰੂ ਜੀ ਦਾ ਹੁਕਮ ਦੱਸਿਆ ਤਾਂ ਉਸ ਨੇ ਕਿਹਾ, ਜਿਹੜਾ ਇੱਕ ਸ਼ਾਹੂਕਾਰ ਤੁਹਾਨੂੰ 500 ਰੁਪਈਆ ਦੇ ਕੇ ਸਾਡੀ ਜਵਾਨ ਲੜਕੀ ਦਾ ਰਿਸ਼ਤਾ ਮੰਗਦਾ ਸੀ ਤੇ ਅਸਾਂ ਪਾਪ ਸਮਝ ਕੇ ਲੜਕੀ ਦਾ ਰੁਪਈਆ ਸਵੀਕਾਰ ਨਹੀਂ ਕੀਤਾ ਸੀ, ਹੁਣ ਉਸ ਨੂੰ ਲੜਕੀ ਦਾ ਰਿਸ਼ਤਾ ਮੰਨ ਕੇ ਗੁਰੂ ਦਾ ਬਚਨ ਪੂਰਾ ਕਰਨ ਵਾਸਤੇ 200 ਰੁਪਈਆ ਲੈ ਆਓ ਤੇ ਸਿੱਖ ਨੂੰ ਦੇ ਕੇ ਪ੍ਰਸ਼ਾਦ ਛਕਾਓ। ਸਿੱਖ ਨੇ ਇਸਤਰੀ ਦੀ ਇਹ ਸਲਾਹ ਲੈ ਕੇ ਸ਼ਾਹੂਕਾਰ ਪਾਸ ਜਾ ਕੇ ਲੜਕੀ ਦੇ ਸਾਕ ਦੀ ਗੱਲ ਕੀਤੀ, ਮਗਰ 250 ਰੁਪਏ ਪੇਸ਼ਗੀ ਮੰਗੇ। ਸ਼ਾਹੂਕਾਰ ਨੇ ਕਿਹਾ, ਤੂੰ ਹੋਰ ਵਧੇਰੇ ਧਨ ਲੈ ਲੈ ਤੇ ਆਪਣੇ ਸਾਰੇ ਕੰਮ ਸਾਰ ਲੈ, ਮੇਰੇ ਪਾਸ ਬਹੁਤ ਧਨ ਹੈ, ਤੂੰ ਆਪਣੀ ਗਰੀਬੀ ਇੱਕ ਵਾਰ ਦੂਰ ਕਰ ਲੈ। ਸਿੱਖ ਨੇ ਕਿਹਾ, ਸ਼ਾਹੂਕਾਰ ਜੀ, ਮੈਨੂੰ ਹੋਰ ਵਧੇਰੇ ਧਨ ਦੀ ਲੋੜ ਨਹੀਂ, ਕੇਵਲ 250 ਹੀ ਚਾਹੀਦਾ ਹੈ। ਤਦ ਉਸ ਸ਼ਾਹੂਕਾਰ ਨੇ 250 ਰੁਪਈਆ ਉਸ ਨੂੰ ਦੇ ਦਿੱਤਾ ਅਤੇ ਉਸ ਨੇ ਲਿਆ ਕੇ ਸਿੱਖ ਨੂੰ ਕਿਹਾ ਕਿ ਆਹ 200 ਗੁਰੂ ਜੀ ਨੂੰ ਮੱਥਾ ਟੇਕ ਦੇਣਾ ਤੇ ਆਹ 50 ਤੇਰੀ ਭੇਟਾ ਹਨ। ਉਪਰੰਤ ਸਿੱਖ ਨੂੰ ਪ੍ਰਸ਼ਾਦ ਛਕਾ ਕੇ ਵਿਦਾ ਕਰ ਦਿੱਤਾ। ਰਸਤੇ ਵਿੱਚ ਹੁਕਮਨਾਮੀਆਂ ਦੁਪਹਿਰ ਸਮੇਂ ਥੱਕ ਕੇ ਇੱਕ ਸਾਧੂ ਪਾਸ ਬੈਠ ਗਿਆ। ਪਿੱਛੋਂ ਇੱਕ ਸ਼ਾਹੂਕਾਰ ਆਇਆ। ਉਸ ਨੇ ਸੰਤ ਰੂਪ ਸਾਧੂ ਨੂੰ ਇੱਕ ਦੁਸ਼ਾਲਾ ਅਤੇ ਮਿੱਠਾ ਭੋਜਨ ਭੇਟਾ ਕਰਕੇ ਮੱਥਾ ਟੇਕਿਆ। ਉਸ ਦੇ ਪਿੱਛੋਂ ਇੱਕ ਰਾਹੀ ਆਇਆ। ਉਹ ਸਾਧੂ ਅੱਗੋਂ ਦੁਸ਼ਾਲਾ ਚੁੱਕ ਕੇ ਲੈ ਗਿਆ, ਪਰ ਸਾਧੂ ਨੇ ਦੇਣ ਵਾਲੇ ਨੂੰ ਭਲਾ ਤੇ ਚੁੱਕ ਕੇ ਲੈ ਜਾਣ ਵਾਲੇ ਨੂੰ ਬੁਰਾ ਕੁਛ ਨਾ ਕਿਹਾ। ਸਭ ਕੁਝ ਵੇਖ ਕੇ ਵੀ ਚੁੱਪ ਕਰਕੇ ਇੱਕ ਸਮਾਨ ਹੀ ਬੈਠਾ ਰਿਹਾ। ਇਹ ਕੌਤਕ ਵੇਖ ਕੇ ਹੁਕਮਨਾਮੀਆ ਸਿੱਖ ਹੈਰਾਨ ਹੋ ਕੇ ਆਪਣੇ ਰਸਤੇ ਤੁਰ ਪਿਆ। ਅੱਗੇ ਜਾ ਕੇ ਜਦ ਰਾਤ ਪੈ ਗਈ ਤਾਂ ਇੱਕ ਬ੍ਰਿਛ ਹੇਠਾਂ ਡੇਰਾ ਲਾ ਕੇ ਬੈਠ ਗਿਆ। ਉਸ ਬ੍ਰਿਛ ਉੱਤੇ ਪੰਛੀਆਂ ਦਾ ਇੱਕ ਜੋੜਾ ਰਹਿੰਦਾ ਸੀ। ਉਹਨਾਂ ਵਿਚਾਰਿਆ ਕਿ ਸਾਡੇ ਘਰ ਪ੍ਰਾਹੁਣਾ ਆਇਆ ਹੈ, ਸਾਡਾ ਧਰਮ ਹੈ ਕਿ ਇਸ ਨੂੰ ਭੋਜਨ ਦਈਏ। ਇਸ ਤਰ੍ਹਾਂ ਆਖ ਕੇ ਨਰ ਪੰਛੀ ਨੇ ਪਿੰਡ ਵਿੱਚੋਂ ਆਪਣੀ ਚੁੰਝ ਵਿੱਚ ਅੱਗ ਦੀ ਚਿੰਗਿਆੜੀ ਲਿਆ ਕੇ ਸਿੱਖ ਦੇ ਪਾਸ ਸੁੱਟ ਦਿੱਤੀ। ਫਿਰ ਜਦ ਸਿੱਖ ਦੇ ਕੱਖ ਕਾਨ ਇਕੱਠੇ ਕਰਕੇ ਅੱਗ ਬਾਲੀ ਤਾਂ ਉਸ ਪੰਛੀ ਦੀ ਇਸਤਰੀ ਡਿੱਗ ਪਈ ਅਤੇ ਉਪਰੰਤ ਪੰਛੀ ਆਪ ਵੀ ਉਸ ਅਗਨੀ ਵਿੱਚ ਡਿੱਗ ਪਿਆ। ਸਿੱਖ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਉਹ ਦੋਹਾਂ ਪੰਛੀਆਂ ਨੂੰ ਭੁੰਨ ਕੇ ਖਾ ਗਿਆ। ਸਵੇਰੇ ਚੱਲ ਕੇ ਜਦ ਗੁਰੂ ਜੀ ਪਾਸ ਪਹੁੰਚਿਆ ਤਾਂ ਆਪ ਜੀ ਨੇ ਪੁੱਛਿਆ ਕਿ ਤੇਰੇ ਪ੍ਰਸ਼ਨ ਦਾ ਉੱਤਰ ਤੈਨੂੰ ਮਿਲ ਗਿਆ ਹੈ ਕਿ ਨਹੀਂ। ਉਸ ਨੇ ਕਿਹਾ, ਮਹਾਰਾਜ, ਮੈਨੂੰ ਤਾਂ ਕੁਝ ਸਮਝ ਨਹੀਂ ਆਈ, ਆਪ ਸਮਝਾਵੋਗੇ ਤਾਂ ਸਮਝਾਂਗੇ। ਗੁਰੂ ਜੀ ਨੇ ਫਰਮਾਇਆ, ਜੇ ਸਿੱਖ ਬਣਨਾ ਹੋਵੇ ਤਾਂ ਉਸ ਸਿੱਖ ਵਰਗੇ ਬਣੋ ਜਿਸ ਨੇ ਸਭ ਕੁਝ ਗੁਰੂ ਦਾ ਜਾਣ ਕੇ ਲੜਕੀ ਵੇਚ ਕੇ ਤੈਨੂੰ ਪੈਸੇ ਲਿਆ ਕੇ ਦਿੱਤੇ ਹਨ। ਜੇਕਰ ਫਕੀਰੀ ਕਰਨੀ ਚਾਹਵੇਂ ਤਾਂ ਉਸ ਸਾਧੂ ਵਰਗੀ ਕਰ ਜਿਸ ਨੂੰ ਆਏ ਦੀ ਖੁਸ਼ੀ ਤੇ ਗਏ ਦੀ ਗਮੀ ਨਹੀਂ ਹੋਈ। ਜੇ ਤੂੰ ਗ੍ਰਹਿਸਥ ਧਰਮ ਕਰਨਾ ਚਾਹੇ ਤਾਂ ਫਿਰ ਉਹਨਾਂ ਪੰਛੀਆਂ ਵਾਂਗੂ ਆਪਾ ਵਾਰ ਕੇ ਅਤਿਥੀ ਦੀ ਸੇਵਾ ਨੂੰ ਮੁੱਖ ਰੱਖਣਾ ਨਿਸ਼ਚੇ ਕਰ। ਇਹਨਾਂ ਤਿੰਨਾਂ ਨੂੰ ਵਿਚਾਰ ਕੇ ਜਿਹੜੀ ਗੱਲ ਤੈਨੂੰ ਚੰਗੀ ਲੱਗੇ, ਸਿੱਖੀ, ਫਕੀਰੀ ਜਾਂ ਗ੍ਰਹਿਸਥ, ਸੋ ਧਾਰਨ ਕਰ ਲੈ। ਤਦ ਉਸ ਨੇ ਹੱਥ ਜੋੜ ਕੇ ਕਿਹਾ, ਇਹ ਬਹੁਤ ਕਠਿਨ ਹਨ, ਮੇਰੇ ਪਾਸੋਂ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਨਹੀਂ ਹੋ ਸਕਦੀ। ਮੇਰੇ ਉੱਤੇ ਆਪ ਐਸੀ ਕਿਰਪਾ ਕਰੋ ਕਿ ਮੈਨੂੰ ਮੁਕਤੀ ਪ੍ਰਾਪਤ ਹੋ ਜਾਵੇ। ਗੁਰੂ ਜੀ ਨੇ ਕਿਹਾ, ਨਿਸ਼ਕਪਟ ਹੋ ਕੇ ਧਰਮ ਦੀ ਕਿਰਤ ਕਰੋ, ਮਨ ਨੀਵਾਂ ਕਰਕੇ ਸਿੱਖਾਂ ਦੀ ਸੇਵਾ ਕਰੋ ਅਤੇ ਸਤਿਨਾਮ ਦਾ ਸਿਮਰਨ ਕਰੋ। ਇਸ ਤਰ੍ਹਾਂ ਹੌਲੀ ਹੌਲੀ ਕਰਕੇ ਗਤੀ ਹੋ ਜਾਵੇਗੀ। ਇਸ ਤਰ੍ਹਾਂ ਦਾ ਉਪਦੇਸ਼ ਕਰਕੇ ਗੁਰੂ ਜੀ ਨੇ ਅਨੇਕਾਂ ਦਾ ਉਧਾਰ ਕੀਤਾ। ਬਾਬਾ ਬੁੱਢਾ ਜੀ ਦਾ ਪ੍ਰਸੰਗ। ਬਾਲਾ ਪ੍ਰਲੋਕ ਗਮਨ। ਇੱਕ ਦਿਨ ਗੁਰੂ ਜੀ ਕਰਤਾਰਪੁਰ ਬਾਹਰ ਬ੍ਰਿਛ ਦੀ ਛਾਂ ਹੇਠਾਂ ਬੈਠੇ ਸਨ ਕਿ ਇੱਕ ਲੜਕਾ ਬੱਕਰੀਆਂ ਚਾਰਦਾ ਹੋਇਆ ਉੱਧਰ ਆ ਗਿਆ। ਉਸ ਨੂੰ ਵੇਖ ਕੇ ਗੁਰੂ ਜੀ ਨੇ ਕਿਹਾ, ਬਾਲਾ, ਇਸ ਲੜਕੇ ਨੂੰ ਬੁਲਾ ਲਿਆ।
ਜਦ ਮੈਂ ਉਸ ਨੂੰ ਸੱਦ ਲਿਆਇਆ ਤਾਂ ਗੁਰੂ ਜੀ ਨੇ ਪੁੱਛਿਆ, ਬਾਲਕ ਤੇਰਾ ਨਾਮ ਕੀ ਹੈ? ਤੇਰੇ ਬਾਪ ਦਾ ਕੀ ਨਾਮ ਹੈ ਤੇ ਪਿੰਡ ਕਿਹੜਾ ਹੈ? ਇਹ ਬੱਕਰੀਆਂ ਤੁਹਾਡੀਆਂ ਆਪਣੀਆਂ ਹਨ ਕਿ ਪਰਾਈਆਂ? ਬਾਲਕ ਨੇ ਕਿਹਾ, ਮੇਰਾ ਨਾਮ ਬੂੜਾ ਹੈ। ਮਾਤਾ ਪਿਤਾ ਦੀ ਆਗਿਆ ਨਾਲ ਇਹ ਆਪਣੀਆਂ ਤੇ ਪਰਾਈਆਂ ਬੱਕਰੀਆਂ ਮੈਂ ਚਾਰਦਾ ਹਾਂ। ਤਦ ਗੁਰੂ ਜੀ ਨੇ ਕਿਹਾ, ਅੱਛਾ ਜਾਓ, ਆਪਣਾ ਕੰਮ ਕਰੋ, ਬੱਕਰੀਆਂ ਸੰਭਾਲੋ। ਜਦ ਉਹ ਚਲਿਆ ਗਿਆ ਤਾਂ ਮੈਂ ਪੁੱਛਿਆ, ਮਹਾਰਾਜ ਪਹਿਲਾਂ ਤੁਸਾਂ ਉਸ ਨੂੰ ਸੱਦਿਆ, ਫੇਰ ਤੁਸਾਂ ਉਸ ਨੂੰ ਭੇਜ ਦਿੱਤਾ, ਕੰਮ ਕੋਈ ਨਹੀਂ ਆਖਿਆ, ਇਹ ਕੀ ਕਾਰਨ? ਗੁਰੂ ਜੀ ਨੇ ਕਿਹਾ, ਇਹ ਬੜਾ ਬੁੱਧੀਵਾਨ ਤੇ ਤੁੱਛ, ਦਿਨਾਂ ਤੋਂ ਇਹ ਪੂਰਨ ਸੰਤ ਹੋ ਜਾਏਗਾ। ਜੀਵਨ ਮੁਕਤ ਅਵਸਥਾ ਇਸ ਨੂੰ ਪ੍ਰਾਪਤ ਹੋਵੇਗੀ, ਕਈਆਂ ਦਾ ਉਧਾਰ ਕਰੇਗਾ। ਮੈਂ ਕਿਹਾ, ਗੁਰੂ ਜੀ ਕਦੋਂ? ਤਦ ਇਸ ਵਿੱਚ ਆਤਮ ਗਿਆਨ ਦਾ ਪ੍ਰਕਾਸ਼ ਹੋਵੇਗਾ। ਗੁਰੂ ਜੀ ਨੇ ਦੱਸਿਆ, ਇਹ ਤੂੰ ਕੱਲ੍ਹ ਹੀ ਵੇਖ ਲਵੇਂਗਾ। ਦੂਸਰੇ ਦਿਨ ਮਾਤਾ ਤੋਂ ਚੋਰੀ ਗੁਰੂ ਜੀ ਪਾਸ ਮੱਖਣ ਦਾ ਕੁੱਜਾ ਭਰ ਕੇ ਲੈ ਆਇਆ। ਗੁਰੂ ਜੀ ਨੇ ਹੱਸ ਕੇ ਕਿਹਾ, ਇਹ ਮੱਖਣ ਕਿੱਥੋਂ ਲਿਆਂਦਾ ਹੈ? ਬੂੜੇ ਨੇ ਕਿਹਾ, ਪਿਤਾ ਜੀ ਇਹ ਮੱਖਣ ਮੈਂ ਆਪਣੇ ਘਰੋਂ ਤੁਹਾਡੇ ਵਾਸਤੇ ਲਿਆਂਦਾ ਹੈ, ਕਿਉਂਕਿ ਗੁਰੂ ਅਤੇ ਸੰਤਾਂ ਪਾਸ ਖਾਲੀ ਹੱਥ ਨਹੀਂ ਜਾਈਦਾ। ਗੁਰੂ ਜੀ ਨੇ ਕਿਹਾ, ਹੇ ਬਾਲਕ ਤੇਰੀ ਉਮਰ ਅਜੇ ਤਾਂ ਛੋਟੀ ਹੈ, ਤੂੰ ਆਪਣਾ ਘਰ ਕਿਹੜਾ ਨਿਸ਼ਚਾ ਕੀਤਾ? ਬਾਲਕ ਨੇ ਕਿਹਾ, ਜਿਹੜਾ ਘਰ ਮੇਰੇ ਮਾਤਾ ਪਿਤਾ ਦਾ ਹੈ ਉਹੀ ਮੈਂ ਆਪਣੇ ਨਿਸ਼ਚੇ ਕੀਤਾ ਹੈ, ਉੱਥੋਂ ਹੀ ਮੈਂ ਮੱਖਣ ਚੁਰਾ ਕੇ ਲਿਆਂਦਾ ਹੈ। ਗੁਰੂ ਜੀ ਨੇ ਕਿਹਾ, ਹੇ ਬਾਲਕ ਜਦ ਤੇਰੇ ਮਾਤਾ ਪਿਤਾ ਨੂੰ ਪਤਾ ਲੱਗੇਗਾ ਤਾਂ ਉਹ ਤੈਨੂੰ ਮਾਰਨਗੇ, ਅਸੀਂ ਇਹ ਚੋਰੀ ਦਾ ਮੱਖਣ ਨਹੀਂ ਲੈਂਦੇ। ਇਹ ਬਚਨ ਸੁਣ ਕੇ ਬੂੜਾ ਰੋਣ ਲੱਗ ਪਿਆ ਅਤੇ ਕਹਿਣ ਲੱਗਾ, ਮਾਤਾ ਪਿਤਾ ਤਾਂ ਮੈਨੂੰ ਕਦੋਂ ਮਾਰਨਗੇ, ਤੁਸੀਂ ਤਾਂ ਮੈਨੂੰ ਹੁਣੇ ਹੀ ਮਾਰਦੇ ਹੋ। ਪਹਿਲਾਂ ਕਿਰਪਾ ਕਰਕੇ ਮੈਨੂੰ ਆਪਣਾ ਪ੍ਰੇਮ ਬਖਸ਼ਿਆ ਤੇ ਫਿਰ ਹੁਣ ਦੂਰ ਕਰ ਰਹੇ ਹੋ। ਗੁਰੂ ਜੀ ਨੇ ਇਹ ਗੱਲ ਸੁਣ ਕੇ ਕਿਹਾ, ਤੂੰ ਬੁੱਢਿਆਂ ਵਾਂਗ ਸਿਆਣੀਆਂ ਗੱਲਾਂ ਕਰ ਰਿਹਾ ਹੈ, ਭਾਵੇਂ ਉਮਰ ਕਰਕੇ ਅਜੇ ਬਾਲਕ ਹੈ। ਤਦ ਤੋਂ ਇਸ ਬਚਨ ਨਾਲ ਬੂੜੇ ਦਾ ਨਾਮ ਬੁੱਢਾ ਪ੍ਰਸਿੱਧ ਹੋ ਗਿਆ। ਸੋ ਜੇ ਤੂੰ ਮਨ ਦੀ ਆਸਾ ਪੂਰਨ ਕਰਨੀ ਚਾਹੁੰਦਾ ਹੈ ਤਾਂ ਕਰਤਾਰ ਅੱਗੇ ਅਰਦਾਸ ਕਰ, ਉਹ ਤੇਰੀ ਪੂਰੀ ਕਰੇਗਾ। ਤਦ ਬੁੱਢਾ ਜੀ ਨੇ ਦੋਵੇਂ ਹੱਥ ਜੋੜ ਕੇ ਅਰਦਾਸ ਕੀਤੀ ਤੇ ਉਹਨਾਂ ਨੂੰ ਤਤਛਿਨ ਹੀ ਗਿਆਨ ਪ੍ਰਾਪਤ ਹੋ ਗਿਆ। ਦਵੈਤ ਨਾਸ਼ ਹੋ ਗਈ ਤੇ ਹਿਰਦਾ ਨਿਰਮਲ ਹੋ ਗਿਆ। ਗੁਰੂ ਜੀ ਨੇ ਫਰਮਾਇਆ, ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਕੇ ਸਤਨਾਮ ਦਾ ਸਿਮਰਨ ਕਰਨਾ। ਬੁੱਢਾ ਜੀ ਨੇ ਕਿਹਾ, ਮਹਾਰਾਜ ਅਜੇ ਵੀ ਇਸ਼ਨਾਨ ਦੀ ਲੋੜ ਬਾਕੀ ਰਹਿ ਗਈ ਹੈ, ਕਿਉਂਕਿ ਦਰਸ਼ਨ ਕਰਕੇ ਮੇਰੀ ਦੀ ਸਭ ਮੈਲ ਦੂਰ ਹੋ ਗਈ ਹੈ। ਗੁਰੂ ਜੀ ਨੇ ਕਿਹਾ, ਆਪਣੇ ਸ਼ੁਭ ਕਰਮ ਨਹੀਂ ਛੱਡਣੇ ਚਾਹੀਦੇ, ਤੈਨੂੰ ਵੇਖ ਕੇ ਹੋਰ ਵੀ ਅਨੇਕਾਂ ਨੂੰ ਸ਼ੁਭ ਕਰਨ ਦੀ ਪ੍ਰੇਰਣਾ ਮਿਲੇਗੀ, ਜਿਸ ਨਾਲ ਉਹ ਆਪਣਾ ਉਧਾਰ ਕਰ ਲੈਣਗੇ। ਜਦ ਇਹ ਬਚਨ ਸੁਣ ਕੇ ਬੁੱਢਾ ਜੀ ਉੱਥੇ ਬੈਠੇ ਰਹੇ, ਘਰ ਨਾ ਗਏ, ਤਾਂ ਉਸ ਦੇ ਮਾਤਾ ਪਿਤਾ ਉਸ ਨੂੰ ਲੱਭਦੇ ਹੋਏ ਗੁਰੂ ਜੀ ਦੇ ਡੇਰੇ ਆ ਗਏ। ਜਦ ਉਹਨਾਂ ਨੇ ਵੇਖਿਆ ਕਿ ਬੂੜਾ ਗੁਰੂ ਜੀ ਦੇ ਬਚਨਾਂ ਕਰਕੇ ਬੁੱਢਾ ਹੋ ਗਿਆ ਹੈ, ਤਾਂ ਉਸ ਨੂੰ ਉੱਥੇ ਹੀ ਛੱਡ ਕੇ ਆਪਣੇ ਘਰ ਚਲੇ ਗਏ ਤੇ ਬੁੱਢਾ ਜੀ ਸਦਾ ਵਾਸਤੇ ਹੀ ਗੁਰੂ ਜੀ ਪਾਸ ਹੀ ਰਹਿ ਗਏ। ਬਾਲਾ ਜੀ ਕਹਿਣ ਲੱਗੇ, ਹੇ ਗੁਰੂ ਅੰਗਦ ਜੀ, ਇੱਕ ਦਿਨ ਸੁਭਾਵਕ ਹੀ ਮੈਂ ਮਾਤਾ ਸੁਲੱਖਣੀ ਜੀ ਪਾਸ ਬੈਠਾ। ਉਹਨਾਂ ਨੇ ਮੈਨੂੰ ਕਿਹਾ, ਭਾਈ ਬਾਲਾ ਹੁਣ ਤਪਾ ਜੀ ਨੂੰ ਟਿਕ ਕੇ ਬੈਠਣ ਦਿਓ, ਤੇਰੇ ਨਾਲ ਦੇਸ਼ ਵਿਦੇਸ਼ ਫਿਰ ਰਹੇ ਹਨ, ਤੂੰ ਉਹਨਾਂ ਨੂੰ ਨਾਲ ਨਹੀਂ ਲਿਜਾਏਗਾ ਤਾਂ ਉਹ ਬਾਹਰ ਨਹੀਂ ਜਾਣਗੇ। ਇਹ ਗੱਲ ਮਾਤਾ ਜੀ ਦੀ ਸੁਣ ਕੇ ਮੈਂ ਵੀ ਚੰਗੀ ਸਮਝ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪਣੇ ਪਿੱਛੋਂ ਗੱਦੀ ਤੇ ਕੇਸ ਨੂੰ ਬਿਠਾਉਂਗੇ, ਸ੍ਰੀ ਚੰਦ ਨੂੰ ਜਾਂ ਲਖਮੀ ਚੰਦ ਨੂੰ ਜਾਂ ਹੋਰ ਕਿਸੇ ਨੂੰ। ਗੁਰੂ ਜੀ ਨੇ ਕਿਹਾ, ਸਾਡੇ ਪਿੱਛੋਂ ਤਰਹਿਣ ਖੱਤਰੀ ਭਾਈ ਲਹਿਣਾ ਗੱਦੀ ਉੱਤੇ ਬੈਠੇਗਾ, ਉਹ ਮੇਰਾ ਹੀ ਰੂਪ ਹੋਵੇਗਾ, ਕੋਈ ਭਿੰਨ ਭੇਤ ਨਹੀਂ ਹੋਵੇਗਾ। ਇਹ ਬਚਨ ਸੁਣ ਕੇ ਮੈਂ ਹੱਥ ਜੋੜ ਕੇ ਕਿਹਾ, ਮਹਾਰਾਜ ਮੈਨੂੰ ਹੁਣ ਆਗਿਆ ਦਿਓ, ਮੈਂ ਹੁਣ ਆਪਣੇ ਘਰ ਚਲਾ ਜਾਵਾਂ, ਫਿਰ ਜਦ ਹੁਕਮ ਕਰੋਗੇ ਤਾਂ ਆ ਮਿਲਾਂਗਾ। ਗੁਰੂ ਜੀ ਨੇ ਕਿਹਾ, ਹੇ ਪਿਆਰੇ, ਤੂੰ ਸਦਾ ਹੀ ਸਾਨੂੰ ਮਿਲਿਆ ਹੋਇਆ ਸਾਡਾ ਲੋਕ ਪਰਲੋਕ ਦਾ ਸੰਗੀ ਹੈ। ਸਰੀਰ ਤਾਂ ਸਦਾ ਵਿਛੜ ਜਾਂਦੇ ਹਨ, ਪਰ ਮਨ ਮਿਲੇ ਹੋਏ ਕਦੀ ਨਹੀਂ ਵਿਛੜਦੇ। ਇਹ ਬਚਨ ਸੁਣ ਕੇ ਮੈਂ ਆਪ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਆਗਿਆ ਲਈ ਅਤੇ ਤਲਵੰਡੀ ਪਹੁੰਚ ਗਿਆ। ਹੇ ਗੁਰੂ ਅੰਗਦ ਜੀ, ਇਹ ਗੁਰੂ ਨਾਨਕ ਜੀ ਦੀ ਪਾਵਨ ਕਥਾ ਜਿੰਨੀ ਕੁ ਕਥਾ ਮੈਨੂੰ ਯਾਦ ਸੀ ਉਹ ਆਪ ਜੀ ਨੂੰ ਸੁਣਾ ਦਿੱਤੀ ਹੈ। ਉਪਰੰਤ ਤਲਵੰਡੀ ਵਿੱਚ ਨਿਵਾਸ ਰੱਖ ਕੇ ਜਦ ਮੈਂ ਸੁਣਿਆ ਕਿ ਗੁਰੂ ਜੀ ਨੇ ਦੂਸਰਾ ਭੇਸ ਧਾਰਨ ਕਰ ਲਿਆ ਹੈ, ਤਾਂ ਸੁਣਦੇ ਸਾਰ ਹੀ ਤੁਹਾਡੇ ਦਰਸ਼ਨ ਕਰਕੇ ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਤੁਸੀਂ ਉਹੀ ਨਾਨਕ ਰੂਪ ਹੋ। ਇਹ ਆਪਣੀ ਕਥਾ ਤੁਸੀਂ ਆਪ ਹੀ ਲਿਖਵਾਈ ਹੈ। ਗੁਰੂ ਅੰਗਦ ਜੀ ਤਦ ਪ੍ਰਸੰਨ ਹੋ ਕੇ ਕਹਿਣ ਲੱਗੇ, ਭਾਈ ਬਾਲਾ ਤੂੰ ਧੰਨ ਹੈ, ਜਿਸ ਨੇ ਇਹ ਅੰਮ੍ਰਿਤ ਰੂਪ ਕਥਾ
ਸਿੱਖ ਸੰਗਤਾਂ ਦੇ ਹਿਰਦੇ ਠਾਰਨ ਵਾਸਤੇ ਉਚਾਰਨ ਕਰਕੇ ਲਿਖਵਾਈ ਹੈ। ਇਸ ਨੂੰ ਪੜ੍ਹਨ ਸੁਣਨ ਵਾਲਿਆਂ ਨੂੰ ਚਾਰ ਪਦਾਰਥ ਪ੍ਰਾਪਤ ਹੋਣਗੇ ਅਤੇ ਸ਼ਰਧਾ ਕਰਕੇ ਮੁਕਤੀ ਪਾਉਣਗੇ। ਤੂੰ ਇਹ ਬੜਾ ਪਰ ਉਪਕਾਰ ਕੀਤਾ ਹੈ। ਇਹ ਸ਼੍ਰੇਸ਼ਟ ਬਚਨ ਸੁਣ ਕੇ ਭਾਈ ਬਾਲੇ ਨੇ ਹੱਥ ਜੋੜ ਕੇ ਆਖਿਆ, ਮਹਾਰਾਜ, ਬੁਢੇਪੇ ਨੇ ਮੇਰਾ ਸਰੀਰ ਨਿਰਬਲ ਕਰ ਦਿੱਤਾ ਹੈ। ਬਚਨ ਕਰੋ ਕਿ ਇਹ ਸਰੀਰ ਮੇਰਾ ਛੁੱਟ ਜਾਵੇ ਤੇ ਮੈਂ ਜਨਮ ਮਰਨ ਤੋਂ ਰਹਿਤ ਹੋ ਜਾਵਾਂ। ਇਹ ਗੱਲ ਸੁਣ ਕੇ ਗੁਰੂ ਜੀ ਨੇ ਹੱਸ ਕੇ ਬਚਨ ਕੀਤਾ ਕਿ ਉਤਾਵਲਾ ਨਾ ਹੋ, ਹੁਣ ਕੇਵਲ 2 ਮਹੀਨੇ ਤੇਰੀ ਉਮਰ ਬਾਕੀ ਹੈ। ਤਦ ਤੱਕ ਤੂੰ ਸਾਡੇ ਪਾਸ ਹੀ ਠਹਿਰ, ਤਲਵੰਡੀ ਨਾ ਜਾਓ। ਗੁਰੂ ਜੀ ਦਾ ਬਚਨ ਮੰਨ ਕੇ ਭਾਈ ਬਾਲਾ ਖਡੂਰ ਸਾਹਿਬ ਹੀ ਟਿਕ ਗਿਆ ਅਤੇ ਜਦ 2 ਮਹੀਨੇ ਪਿੱਛੋਂ ਚਲਾਣੇ ਦਾ ਸਮਾਂ ਆ ਗਿਆ ਤਾਂ ਗੁਰੂ ਜੀ ਨੂੰ ਨਮਸਕਾਰ ਕਰਕੇ ਗੁਰੂ ਨਾਨਕ ਜੀ ਦਾ ਧਿਆਨ ਧਰ ਕੇ ਪੋਚਾ ਪਾ ਕੇ ਧਰਤੀ ਉੱਪਰ ਲੇਟ ਗਿਆ ਅਤੇ ਸਰੀਰ ਤਿਆਗ ਕੇ ਸੱਚਖੰਡ ਜਾ ਬਿਰਾਜਿਆ। ਸ਼੍ਰੀ ਗੁਰੂ ਅੰਗਦ ਜੀ ਨੇ ਆਪਣੇ ਹਸਤ ਕਮਲਾਂ ਨਾਲ ਭਾਈ ਬਾਲੇ ਦੀ ਚਿਖਾ ਨੂੰ ਅਗਨੀ ਲਾ ਕੇ ਸੰਸਕਾਰ ਕੀਤਾ। ਸ਼੍ਰੀ ਲਹਿਣਾ ਜੀ ਦਾ ਮਿਲਾਪ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਹੁਣ ਗੁਰੂ ਅੰਗਦ ਜੀ ਦੀ ਕਥਾ ਜਿਸ ਤਰ੍ਹਾਂ ਹੋਈ ਉਹ ਲਿਖਦੇ ਹਾਂ। ਪਿੰਡ ਮਤੇ ਦੀ ਸਰਾਹ ਜੰਗਲ ਦੇਸ਼ ਮਾਲਵੇ ਵਿੱਚ ਤਰਹਿਣ ਖੱਤਰੀ ਬਾਬਾ ਫੇਰੂ ਮੱਲ ਰਹਿੰਦਾ ਸੀ। ਉਹਨਾਂ ਦੇ ਘਰ ਸ਼੍ਰੀ ਲਹਿਣਾ ਜੀ ਦਾ ਜਨਮ ਹੋਇਆ। ਜਦ ਇਹ 14 ਵਰ੍ਹਾਂ ਦੇ ਹੋਏ ਤਾਂ ਖਡੂਰ ਦੇ ਰਹਿਣ ਵਾਲੇ ਇੱਕ ਖੱਤਰੀ ਨੇ ਇਹਨਾਂ ਨੂੰ ਆਪਣੀ ਲੜਕੀ ਵਿਆਹ ਦਿੱਤੀ। ਜਦ ਕੁਝ ਸਮਾਂ ਵਸਦਿਆਂ ਰਸਦਿਆਂ ਨੂੰ ਬੀਤ ਗਿਆ ਤਾਂ ਇੱਕ ਦਿਨ ਬਲੋਚ ਡਾਕੂਆਂ ਦੀ ਧਾੜ ਨੇ ਚੜ੍ਹਾਈ ਕਰਕੇ ਮਤੇ ਦੀ ਸਰਾਂ ਨੂੰ ਲੁੱਟ ਕੇ ਢਾਹ ਢੇਰੀ ਕਰ ਦਿੱਤਾ ਅਤੇ ਉੱਥੋਂ ਸਭ ਵੱਸੋਂ ਉਜਾੜ ਦਿੱਤੀ। ਤਦ ਲਹਿਣਾ ਜੀ ਆਪਣੇ ਪਰਿਵਾਰ ਨੂੰ ਲੈ ਕੇ ਖਡੂਰ ਆ ਗਏ ਅਤੇ ਫਿਰ ਇੱਥੇ ਹੀ ਰਹੇ। ਇਸ ਨਗਰ ਦੇ ਲੋਕ ਦੁਰਗਾ ਦੇਵੀ ਦੇ ਪੁਜਾਰੀ ਸਨ। ਉਹਨਾਂ ਨਾਲ ਲਹਿਣਾ ਜੀ ਸਾਲ ਦੇ ਸਾਲ ਸੰਗ ਲੈ ਕੇ ਜਵਾਲਾ ਦੇਵੀ ਦੇ ਦਰਸ਼ਨਾਂ ਨੂੰ ਜਾਇਆ ਕਰਦੇ ਸਨ। ਖਡੂਰ ਵਿੱਚ ਗੁਰੂ ਨਾਨਕ ਜੀ ਦਾ ਇੱਕ ਸਿੱਖ ਰਹਿੰਦਾ ਸੀ। ਗੁਰੂ ਕੀ ਬਾਣੀ ਦਾ ਪਾਠ ਕਰਦਾ ਸੀ ਤੇ ਹੋਰ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦਾ ਸੀ। ਇੱਕ ਦਿਨ ਜਦ ਉਹ ਬੜਾ ਪ੍ਰੇਮ ਮਗਨ ਹੋ ਕੇ ਸ਼ਬਦ ਪੜ੍ਹ ਰਿਹਾ ਸੀ ਤਾਂ ਲਹਿਣਾ ਜੀ ਨੇ ਉਸ ਨੂੰ ਪੁੱਛਿਆ ਕਿ ਬਾਣੀ ਕਿਸ ਦੀ ਹੈ। ਤਦ ਉਸ ਨੇ ਆਖਿਆ ਕਿ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੈ। ਤਦ ਲਹਿਣਾ ਜੀ ਨੇ ਵਿਚਾਰਿਆ ਕਿ ਜਿਨ੍ਹਾਂ ਦੇ ਐਸੇ ਮਿੱਠੇ ਮਨ ਨੂੰ ਮੋਹ ਲੈਣ ਵਾਲੇ ਬਚਨ ਹਨ, ਮੈਂ ਉਹਨਾਂ ਨੂੰ ਹੀ ਗੁਰੂ ਧਾਰਨ ਕਰਾਂਗਾ। ਹੁਣ ਜਦ ਜਵਾਲਾ ਜਾਣ ਦਾ ਸਮਾਂ ਆਇਆ ਤਾਂ ਆਪ ਜੀ ਦੇਵੀ ਦੇ ਭਗਤਾਂ ਨੂੰ ਆਖਿਆ ਕਿ ਇਸ ਵਾਰ ਕਰਤਾਰਪੁਰ ਸ੍ਰੀ ਗੁਰੂ ਨਾਨਕ ਜੀ ਦੇ ਦਰਸ਼ਨ ਕਰਕੇ ਅੱਗੇ ਚੱਲਾਂਗੇ। ਸੰਗਤ ਨੇ ਕਿਹਾ, ਬਹੁਤ ਚੰਗਾ। ਜਦ ਖਡੂਰ ਤੋਂ ਚੱਲ ਕੇ ਕਰਤਾਰਪੁਰ ਪਹੁੰਚ ਗਏ ਤਾਂ ਇੱਕ ਮਨੁੱਖ ਨੂੰ ਪੁੱਛਿਆ ਕਿ ਇਹ ਪਿੰਡ ਕਿਸ ਦਾ ਹੈ। ਉਸ ਮਨੁੱਖ ਨੇ ਦੱਸਿਆ ਕਿ ਸ੍ਰੀ ਨਾਨਕ ਤਪਾ ਜੀ ਦਾ ਨਗਰ ਹੈ। ਤਦ ਲਹਿਣੇ ਜੀ ਨੇ ਸਾਥੀਆਂ ਨੂੰ ਕਿਹਾ, ਤੁਸੀਂ ਕੁਛ ਚਿਰ ਇੱਥੇ ਠਹਿਰੋ, ਮੈਂ ਦਰਸ਼ਨ ਕਰਕੇ ਆਉਂਦਾ ਹਾਂ। ਅੱਗੋਂ ਗੁਰੂ ਨਾਨਕ ਜੀ ਮਿਲ ਪਏ। ਸ੍ਰੀ ਲਹਿਣਾ ਜੀ ਨੇ ਆਪ ਜੀ ਤੋਂ ਪੁੱਛਿਆ, ਤਪਾ ਜੀ ਕਿੱਥੇ ਹਨ? ਮੈਂ ਉਹਨਾਂ ਦੇ ਦਰਸ਼ਨ ਕਰਨੇ ਹਨ। ਗੁਰੂ ਨਾਨਕ ਜੀ ਨੇ ਕਿਹਾ, ਸਾਡੇ ਨਾਲ ਚਲੇ ਆਓ। ਤਦ ਗੁਰੂ ਜੀ ਅੱਗੇ ਤੁਰ ਪਏ ਤੇ ਲਹਿਣਾ ਜੀ ਘੋੜੀ ਉੱਤੇ ਚੜੇ ਹੋਏ ਪਿੱਛੇ। ਜਦ ਧਰਮਸ਼ਾਲਾ ਦੇ ਦਰਵਾਜ਼ੇ ਪਾਸ ਆਏ ਤਾਂ ਕਿਹਾ, ਘੋੜੀ ਇਸ ਕਿੱਲੇ ਨਾਲ ਬੰਨ੍ਹ ਕੇ ਇਸ ਦਰਵਾਜ਼ੇ ਅੰਦਰ ਜਾਓਗੇ ਤਾਂ ਅੱਗੇ ਬੈਠੇ ਹੋਣਗੇ। ਇਸ ਤਰ੍ਹਾਂ ਆਖ ਕੇ ਆਪ ਜੀ ਦੂਸਰੇ ਪਾਸਿਓਂ ਛੋਟੇ ਬੂਹੇ ਰਸਤੇ ਅੰਦਰ ਲੰਘ ਕੇ ਆਪਣੇ ਆਸਣ ਉੱਤੇ ਜਾ ਬੈਠੇ। ਜਦ ਲਹਿਣਾ ਜੀ ਘੋੜੀ ਬੰਨ੍ਹ ਕੇ ਅੰਦਰ ਗਏ ਤਾਂ ਆਪ ਜੀ ਨੂੰ ਬੈਠੇ ਦੇਖ ਕੇ ਮਨ ਵਿੱਚ ਕਿਹਾ ਕਿ ਇਹ ਤਾਂ ਉਹੀ ਹਨ ਜਿਨ੍ਹਾਂ ਨੇ ਮੈਨੂੰ ਰਸਤਾ ਦੱਸਿਆ ਸੀ। ਮੇਰੇ ਤੋਂ ਬੜੀ ਭੁੱਲ ਹੋਈ ਜੋ ਇਹ ਮੇਰੇ ਅੱਗੇ ਪੈਦਲ ਤੁਰੇ ਆਏ ਤੇ ਮੈਂ ਪਿੱਛੋਂ ਘੋੜੀ ਉੱਤੇ ਚੜ੍ਹਿਆ ਆਇਆ। ਇਹ ਮੇਰਾ ਦੋਸ਼ ਕਿਸ ਤਰ੍ਹਾਂ ਬਖਸ਼ਿਆ ਜਾਵੇਗਾ? ਗੁਰੂ ਜੀ ਨੇ ਲਹਿਣਾ ਜੀ ਦੇ ਮਨ ਦੀ ਗੱਲ ਜਾਣ ਕੇ ਬੜੇ ਪ੍ਰੇਮ ਨਾਲ ਆਖਿਆ, ਪੁਰਸ਼ਾ, ਤੇਰੇ ਸਭ ਸੁੱਖ ਸਾਂਦ ਹੈ। ਇਹ ਬਚਨ ਸੁਣ ਕੇ ਲਹਿਣਾ ਜੀ ਨੇ ਆਪ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਆਖਿਆ, ਮਹਾਰਾਜ, ਆਪ ਜੀ ਦੇ ਦਰਸ਼ਨ ਕਰਕੇ ਬਹੁਤ ਆਨੰਦ ਹੋਇਆ। ਹਾਂ। ਫਿਰ ਲਹਿਣਾ ਜੀ ਨੇ ਦੇਵੀ ਭਗਤਾਂ ਦਾ ਭੇਸ, ਸਰੀਰ ਦੇ ਕੱਪੜੇ ਤੇ ਪੈਰਾਂ ਦੇ ਘੁੰਗਰੂ ਸਭ ਉਤਾਰ ਦਿੱਤੇ ਅਤੇ ਗੁਰੂ ਚਰਨਾਂ ਤੇ ਸ਼ਰਧਾਵਾਨ ਪ੍ਰੇਮੀ ਹੋ ਗਏ। ਉਪਰੰਤ ਲਹਿਣਾ ਜੀ ਨੇ ਵਿਚਾਰਿਆ ਕਿ ਹੁਣ ਜੇ ਮੈਨੂੰ ਇਹ ਆਪ ਹੀ ਘਰ ਜਾਣ ਦੀ ਆਗਿਆ ਦੇ ਦੇਣ ਤਾਂ ਮੈਂ ਅੰਤਰਜਾਮੀ ਜਾਣਾਂਗਾ। ਤਦ ਅੰਤਰਜਾਮੀ ਗੁਰੂ ਜੀ ਨੇ ਪੁੱਛਿਆ, ਪੁਰਖਾ, ਤੇਰਾ ਘਰ ਕਿੱਥੇ ਹੈ? ਤੇਰਾ ਨਾਮ ਕੀ ਹੈ? ਲਹਿਣਾ ਜੀ ਨੇ ਕਿਹਾ, ਹੇ ਅੰਤਰਜਾਮੀ, ਮੇਰਾ ਘਰ ਖਡੂਰ ਹੈ ਅਤੇ ਨਾਮ ਲਹਿਣਾ ਹੈ। ਆਪ ਜੀ ਦਾ ਜਸ ਸੁਣ ਕੇ ਮੈਨੂੰ ਆਪ ਜੀ ਦੇ ਦਰਸ਼ਨਾਂ ਦੀ ਤਾਂਘ ਸੀ, ਸੋ ਆਪ ਜੀ ਨੇ ਕਿਰਪਾ ਕਰਕੇ ਪੂਰੀ ਕੀਤੀ ਹੈ। ਗੁਰੂ ਜੀ ਨੇ ਕਿਹਾ, ਹੇ ਲਹਿਣੇ, ਤੂੰ ਲੈਣਾ ਹੈ ਤੇ ਅਸਾਂ ਦੇਣਾ ਹੈ। ਹੁਣ ਤੂੰ ਜਾ ਤੇ ਫੇਰ ਆਪਣੇ ਘਰੋਂ ਹੋ ਕੇ ਆਉਣਾ। ਇਹ ਬਚਨ ਸੁਣ ਕੇ ਲਹਿਣਾ ਜੀ ਬੜੇ ਪ੍ਰਸੰਨ ਹੋਏ
ਕਿ ਇਹਨਾਂ ਮੇਰੇ ਦਿਲ ਦੀ ਗੱਲ ਬੁੱਝ ਲਈ ਹੈ। ਆਪ ਜੀ ਤਦ ਤੋਂ ਹੀ ਮਨ ਕਰਕੇ ਗੁਰੂ ਜੀ ਦੇ ਸਿੱਖ ਬਣ ਗਏ ਅਤੇ ਸਾਥੀਆਂ ਪਾਸ ਜਾ ਕੇ ਕਿਹਾ ਕਿ ਤੁਸੀਂ ਹੁਣ ਅੱਗੇ ਜਵਾਲਾ ਜੀ ਦੇ ਦਰਸ਼ਨ ਕਰਨ ਜਾਓ ਤੇ ਮੈਂ ਆਪਣੇ ਖਡੂਰ ਨੂੰ ਜਾਵਾਂਗਾ। ਇਸ ਤਰ੍ਹਾਂ ਸੰਗ ਨੂੰ ਅੱਗੇ ਤੋੜ ਕੇ ਆਪ ਸ਼੍ਰੀ ਲਹਿਣਾ ਜੀ ਖਡੂਰ ਆ ਗਏ। ਲੋਕਾਂ ਨੇ ਆਪ ਜੀ ਨੂੰ ਪੁੱਛਿਆ ਕਿ ਤੁਸੀਂ ਕਿਉਂ ਵਾਪਸ ਮੁੜ ਆਏ ਹੋ, ਤਾਂ ਲਹਿਣਾ ਜੀ ਚੁੱਪ ਕਰਕੇ ਆਪਣੇ ਘਰ ਜਾ ਬੈਠੇ, ਕਿਸੇ ਨੂੰ ਉੱਤਰ ਨਾ ਦਿੱਤਾ। ਸਾਰੀ ਰਾਤ ਬੜੀ ਉਦਾਸੀ ਨਾਲ ਬਤੀਤ ਕਰਕੇ ਲਹਿਣਾ ਜੀ ਨੇ ਸਵੇਰੇ ਉੱਠ ਕੇ 1.25 ਮਣ ਲੂਣ ਦੀ ਪੰਡ ਸਿਰ ਤੇ ਚੁੱਕ ਲਈ ਤੇ ਕਰਤਾਰਪੁਰ ਨੂੰ ਤੁਰ ਪਏ। ਹੌਲੀ ਹੌਲੀ ਤੁਰ ਕੇ ਕਰਤਾਰਪੁਰ ਗੁਰੂ ਜੀ ਦੇ ਘਰ ਪਹੁੰਚ ਗਏ। ਅੱਗੇ ਗੁਰੂ ਜੀ ਬਾਹਰ ਖੇਤੀ ਵੇਖਣ ਗਏ ਹੋਏ ਸਨ। ਮਾਤਾ ਸੁਲੱਖਣੀ ਪਾਸ ਲੂਣ ਦੀ ਪੰਡ ਰੱਖ ਕੇ ਪੁੱਛਿਆ ਕਿ ਗੁਰੂ ਜੀ ਕਿੱਥੇ ਹਨ। ਮਾਤਾ ਜੀ ਨੇ ਕਿਹਾ ਉਹ ਬਾਹਰ ਖੇਤੀ ਵੇਖਣ ਗਏ ਹਨ। ਤਦ ਲਹਿਣਾ ਜੀ ਵੀ ਉੱਥੇ ਹੀ ਗੁਰੂ ਜੀ ਪਾਸ ਪਹੁੰਚ ਗਏ ਅਤੇ ਚਰਨਾਂ ਤੇ ਮੱਥਾ ਟੇਕ ਕੇ ਹੋਰ ਕਾਮਿਆਂ ਨਾਲ ਝੋਨੇ ਵਿੱਚੋਂ ਨਦੀਨ ਕੱਢਣ ਲੱਗ ਪਏ। ਜਦ ਇੱਕ ਘੜੀ ਬੀਤ ਗਈ ਤਾਂ ਗੁਰੂ ਜੀ ਨੇ ਕਿਹਾ ਕਿ ਇਹ ਕੰਮ ਤੇਰੇ ਪਾਸੋਂ ਠੀਕ ਨਹੀਂ ਹੁੰਦਾ, ਇਸ ਕਰਕੇ ਤੂੰ ਨਦੀਨ ਦੀ ਪੰਡ ਬੰਨ੍ਹ ਕੇ ਘਰ ਪਸ਼ੂਆਂ ਵਾਸਤੇ ਚਾਰਾ ਲੈ ਚੱਲ। ਤਦ ਲਹਿਣਾ ਜੀ ਨੇ ਗਿੱਲੇ ਘਾਹ ਤੇ ਨਦੀਨ ਦੀ ਪੰਡ ਬੰਨ੍ਹ ਕੇ ਸਿਰ ਤੇ ਚੁੱਕ ਲਈ ਤੇ ਘਰ ਆ ਗਏ। ਪੰਡ ਵਿੱਚੋਂ ਚਿੱਕੜ ਤੇ ਪਾਣੀ ਨੁੱਚੜ ਕੇ ਲਹਿਣਾ ਜੀ ਦੇ ਗਲ ਦੇ ਸੁੰਦਰ ਕੱਪੜੇ ਸਾਰੇ ਖਰਾਬ ਹੋ ਗਏ। ਮਾਤਾ ਸੁਲੱਖਣੀ ਜੀ ਆਪ ਜੀ ਦੇ ਕੱਪੜੇ ਖਰਾਬ ਹੋਏ ਵੇਖ ਕੇ ਬਹੁਤ ਹੈਰਾਨ ਹੋਏ ਅਤੇ ਜਦ ਗੁਰੂ ਜੀ ਆਪ ਘਰ ਆਏ ਤਾਂ ਕਿਹਾ ਕਿ ਅੱਜ ਜਿਹੜਾ ਇੱਕ ਚੰਗਾ ਆਦਮੀ ਬਾਹਰੋਂ ਆਇਆ ਹੈ ਉਸ ਦੇ ਗਲ ਬੜਾ ਕੀਮਤੀ ਜਾਮਾ ਸੀ, ਤੁਸਾਂ ਚਿੱਕੜ ਭਰੀ ਘਾਹ ਦੀ ਪੰਡ ਉਸ ਨੂੰ ਚੁਕਾ ਕੇ ਉਸ ਦੇ ਕੱਪੜੇ ਨਾਸ ਕਰ ਦਿੱਤੇ ਹਨ। ਗੁਰੂ ਜੀ ਨੇ ਕਿਹਾ ਇਹ ਚਿੱਕੜ ਭਰੀ ਹੋਈ ਘਾਹ ਦੀ ਪੰਡ ਨਹੀਂ ਸੀ, ਇਹ ਦੀਨ ਦੁਨੀਆ ਦਾ ਛਤਰ ਸੀ। ਉਸ ਦੇ ਕੱਪੜਿਆਂ ਤੇ ਚਿੱਕੜ ਨਹੀਂ ਲਾਇਆ, ਕੇਸਰ ਛਿੜਕਿਆ ਹੈ। ਤੂੰ ਨੇੜੇ ਹੋ ਕੇ ਵੇਖ, ਇਹ ਚਿੱਕੜ ਹੈ ਕਿ ਕੇਸਰ। ਜਦ ਮਾਤਾ ਜੀ ਨੇ ਨੇੜੇ ਹੋ ਕੇ ਵੇਖਿਆ ਇਹ ਕੇਸਰ ਦੇ ਛਿੱਟੇ ਹਨ ਤਾਂ ਕਹਿਣ ਲੱਗੀ ਕਿ ਤੁਹਾਡੀ ਗੱਤ ਤੁਸੀਂ ਹੀ ਜਾਣੋ। ਗੁਰੂ ਜੀ ਨੇ ਕਿਹਾ ਇਹ ਪਾਪ ਕਰਮਾਂ ਵਿੱਚ ਡੁੱਬ ਰਹੇ ਲੋਕਾਂ ਦੇ ਮਲਾਹ ਹੋਣਗੇ ਅਤੇ ਅਨੇਕਾਂ ਦਾ ਉਧਾਰ ਕਰਨਗੇ। ਸ਼੍ਰੀ ਲਹਿਣਾ ਜੀ ਨੇ ਸੇਵਾ ਕਰਨੀ। ਗੁਰੂ ਜੀ ਦੀ ਸੇਵਾ ਵਿੱਚ ਰਹਿ ਕੇ ਜਦ ਲਹਿਣਾ ਜੀ ਕੁਝ ਦਿਨ ਬਤੀਤ ਕੀਤੇ ਤਾਂ ਉਹ ਸੰਗ ਜਿਹੜਾ ਜਵਾਲਾ ਜੀ ਦੇ ਦਰਸ਼ਨ ਕਰਨ ਗਿਆ ਸੀ ਵਾਪਸ ਆ ਗਿਆ। ਉਹਨਾਂ ਨੇ ਸ਼੍ਰੀ ਲਹਿਣਾ ਜੀ ਨੂੰ ਆਖਿਆ ਸਾਨੂੰ ਆਪਣੇ ਗੁਰੂ ਦੇ ਦਰਸ਼ਨ ਕਰਾਓ। ਤਦ ਸ਼੍ਰੀ ਲਹਿਣਾ ਜੀ ਨੇ ਉਹਨਾਂ ਨੂੰ ਗੁਰੂ ਜੀ ਦੇ ਦਰਸ਼ਨ ਕਰਾਏ ਤੇ ਉਹ ਆਪਣੇ ਮਨੋਕਾਮਨਾ ਪੂਰਨ ਕਰਨ ਕਰਕੇ ਬੜੇ ਨਿਹਾਲ ਹੋਏ। ਇੱਕ ਰਾਤ ਵਿਸ਼ਰਾਮ ਕਰਕੇ ਚਲੇ ਗਏ ਤੇ ਸ਼੍ਰੀ ਲਹਿਣਾ ਜੀ ਬੜੇ ਪ੍ਰੇਮ ਨਾਲ ਗੁਰੂ ਜੀ ਦੀ ਸੇਵਾ ਵਿੱਚ ਲੱਗ ਗਏ। ਭਾਂਡੇ ਮਾਂਜਣੇ, ਪੱਖਾ ਫੇਰਨਾ, ਝਾੜੂ ਦੇਣਾ, ਕੱਪੜੇ ਧੋਣੇ ਆਦਿ ਕੰਮਾਂ ਵਿੱਚ ਹੀ ਰਾਤ ਦਿਨ ਮਨ ਤਨ ਕਰਕੇ ਲੱਗੇ ਰਹਿੰਦੇ। ਜਦ ਕੰਮ ਤੋਂ ਵਿਹਲੇ ਹੁੰਦੇ ਤਾਂ ਗੁਰੂ ਜੀ ਦੇ ਸਨਮੁਖ ਖੜੇ ਹੋ ਕੇ ਆਪ ਜੀ ਦੇ ਮੁਖ ਵੱਲ ਵੇਖਦੇ ਰਹਿੰਦੇ ਸਨ ਕਿ ਜਦ ਵੀ ਕੋਈ ਹੁਕਮ ਹੋਵੇ ਤਦ ਝੱਟ ਹੀ ਕੀਤਾ ਜਾਵੇ। ਇੱਕ ਦਿਨ ਗੁਰੂ ਜੀ ਬਿਰਾਜੇ ਹੋਏ ਸਨ ਤਾਂ ਲਹਿਣਾ ਜੀ ਨੇ ਇਹ ਕੌਤਕ ਵੇਖਿਆ ਕਿ ਇੱਕ ਗਹਿਣੇ ਕੱਪੜੇ ਨਾਲ ਸੱਜੀ ਹੋਈ ਇੱਕ ਸੁੰਦਰ ਇਸਤਰੀ ਗੁਰੂ ਜੀ ਦੇ ਚਰਨਾਂ ਦੀ ਸੇਵਾ ਕਰ ਰਹੀ ਹੈ। ਜਦ ਉਹ ਸੇਵਾ ਕਰਕੇ ਚਲੀ ਗਈ ਤਾਂ ਲਹਿਣਾ ਜੀ ਨੇ ਹੱਥ ਜੋੜ ਕੇ ਪੁੱਛਿਆ ਮਹਾਰਾਜ ਇਹ ਇਸਤਰੀ ਕੌਣ ਸੀ। ਗੁਰੂ ਜੀ ਨੇ ਕਿਹਾ ਇਹ ਮਾਇਆ ਸੀ, ਜਿਸ ਨੇ ਸਭ ਸੰਸਾਰ ਨੂੰ ਭਰਮਾਇਆ ਹੋਇਆ ਹੈ, ਇਹ ਹੋਰ ਕਿਸੇ ਨੂੰ ਦਿਖਾਈ ਨਹੀਂ ਦਿੰਦੀ। ਤੇਰੇ ਉੱਤੇ ਕਰਤਾਰ ਦੀ ਬੜੀ ਕਿਰਪਾ ਹੈ ਜੋ ਤੂੰ ਉਸ ਦਾ ਸਰੂਪ ਵੇਖ ਕੇ ਉਸ ਉੱਤੇ ਭਰਮਿਆ ਨਹੀਂ। ਸਾਡੇ ਸਾਹਮਣੇ ਉਸ ਦਾ ਵੱਲ ਛਲ ਚੱਲ ਨਹੀਂ ਸਕਦਾ ਤੇ ਸਾਡੇ ਤੋਂ 12 ਕੋਹ ਦੂਰ ਰਹਿੰਦੀ ਹੈ, ਇਸ ਕਰਕੇ ਸਾਡੇ ਪਾਸ ਰਹਿਣ ਵਾਸਤੇ ਉਹ ਸਾਡੀ ਸੇਵਾ ਕਰਦੀ ਹੈ। ਅਸੀਂ ਜਦ ਦੂਸਰਾ ਸਰੂਪ ਧਾਰਨ ਕਰਾਂਗੇ ਤਾਂ ਉਸ ਤੋਂ ਇਹ 6 ਕੋਹ ਦੂਰ ਰਹੇਗੀ। ਸਾਡੇ ਤੀਸਰੇ ਸਰੂਪ ਸਮੇਂ ਇਹ ਦਰਵਾਜ਼ੇ ਅੱਗੇ ਆਪ ਆ ਜਾਵੇਗੀ ਅਤੇ ਚੌਥਾ ਸਰੂਪ ਜਦ ਧਾਰਨ ਕਰਾਂਗੇ ਤਾਂ ਇਹ 4 ਦਰਵਾਜ਼ਿਆਂ ਤੋਂ ਅੰਦਰ ਆ ਵੜੇਗੀ। ਇਸ ਤਰ੍ਹਾਂ ਕੁਝ ਦਿਨ ਬੀਤ ਗਏ। ਇੱਕ ਦਿਨ ਗੁਰੂ ਜੀ ਧਰਮਸ਼ਾਲਾ ਵਿੱਚ ਪਲੰਘ ਉੱਤੇ ਬਿਰਾਜ ਰਹੇ ਸਨ ਅਤੇ ਲਹਿਣਾ ਜੀ ਪੱਖਾ ਝੱਲ ਰਹੇ ਸਨ। ਜਦ ਲਹਿਣਾ ਜੀ ਨੇ ਵੇਖਿਆ ਕਿ ਆਪ ਜੀ ਦੇ ਦੋਵੇਂ ਪੈਰ ਹਿੱਲ ਰਹੇ ਹਨ ਤਦ ਆਪ ਜੀ ਨੇ ਗੁਰੂ ਜੀ ਨੂੰ ਪੁੱਛਿਆ ਮਹਾਰਾਜ ਤੁਹਾਡੇ ਪਾਸ ਕੋਈ ਆਦਮੀ ਤਾਂ ਨਜ਼ਰ ਨਹੀਂ ਆਉਂਦਾ, ਪਰ ਤੁਹਾਡੇ ਪੈਰ ਕਿਉਂ ਹਿੱਲ ਰਹੇ ਹਨ। ਗੁਰੂ ਜੀ ਨੇ ਕਿਹਾ ਦੇਵਤੇ ਗੁਪਤ ਰੂਪ ਵਿੱਚ ਬੰਦਨਾ ਕਰਨ ਆਉਂਦੇ ਹਨ ਅਤੇ ਉਹ ਚਰਨਾਂ ਨੂੰ ਛੋਹ ਛੋਹ ਕੇ ਵਾਪਸ ਮੁੜ ਜਾਂਦੇ ਹਨ। ਇਹ ਗੱਲ ਸੁਣ ਕੇ ਲਹਿਣੇ ਜੀ ਦੇ ਮਨ ਵਿੱਚ ਬਹੁਤ ਪ੍ਰੇਮ ਜਾਗਿਆ ਤੇ ਉਸ ਨੇ ਆਪ ਦੇ ਚਰਨ ਕਮਲਾਂ ਤੇ ਮੱਥਾ ਟੇਕਿਆ। ਇਸ ਤਰ੍ਹਾਂ ਪ੍ਰੇਮ ਨਾਲ ਸੇਵਾ ਕਰਦਿਆਂ ਜਦ ਕੁਝ ਦਿਨ ਬੀਤ ਗਏ ਤਾਂ ਇੱਕ ਦਿਨ ਆਪ ਜੀ ਦੇ ਚਰਨਾਂ ਦੀ ਸੇਵਾ ਕਰਨ ਸਮੇਂ ਸ਼੍ਰੀ ਲਹਿਣਾ ਜੀ ਨੇ ਵੇਖਿਆ ਕਿ ਆਪ ਜੀ ਦੇ ਪੈਰਾਂ ਵਿੱਚ ਕੰਡੇ ਵੱਜੇ ਹੋਏ ਹਨ ਅਤੇ ਝਰੀਟਾਂ ਆਈਆਂ ਹਨ।
ਤਦ ਲਹਿਣਾ ਜੀ ਨੇ ਪੁੱਛਿਆ, ਮਹਾਰਾਜ ਇਹ ਕੰਡੇ ਕਿਸ ਤਰ੍ਹਾਂ ਲੱਗੇ ਹਨ? ਤਦ ਗੁਰੂ ਜੀ ਨੇ ਦੱਸਿਆ ਕਿ ਇੱਕ ਇਆਲੀ ਬੱਕਰੀਆਂ ਚਾਰ ਰਿਹਾ ਹੈ ਅਤੇ ਇੱਕ ਮਨ ਹੋ ਕੇ ਪ੍ਰੇਮ ਨਾਲ ਕੀਰਤਨ ਸੋਲੇ ਦਾ ਪਾਠ ਕੰਡਿਆਲੇ ਝਾੜਾਂ ਵਿੱਚ ਕਰਦਾ ਫਿਰਦਾ ਹੈ। ਅਸੀਂ ਉਸ ਦੇ ਨਾਲ ਪਾਠ ਸੁਣਦੇ ਫਿਰਦੇ ਹਾਂ। ਉੱਥੋਂ ਇਹ ਝਰੀਟਾਂ ਲੱਗੀਆਂ ਹਨ। ਇਹ ਗੱਲ ਦੱਸ ਕੇ ਗੁਰੂ ਜੀ ਨੇ ਇੱਕ ਸਿੱਖ ਨੂੰ ਭੇਜ ਕੇ ਉਸ ਇਆਲੀ ਨੂੰ ਜੰਗਲ ਵਿੱਚੋਂ ਸੱਦ ਕੇ ਆਖਿਆ, ਦੋਹਰਾ ਸੋਵਨ ਸਮੇਂ ਬਖਾਨਿਓ ਕੰਠ ਸੋਹਲਾ ਜੋਏ, ਅਧਿਕ ਖੁਸ਼ੀ ਬਹੁਰੋ ਕਰੀ ਦਵੈਤ ਹਿਰਦੇ ਤੇ ਖੋਏ। ਕੀਰਤਨ ਸੋਹਿਲਾ ਜਿਹੜਾ ਯਾਦ ਹੋਵੇ ਉਹ ਰਾਤ ਨੂੰ ਸੌਣ ਲੱਗਿਆ ਪੜਿਆ ਕਰ। ਤਦ ਇਆਲੀ ਨੇ ਹੱਥ ਜੋੜ ਕੇ ਮਾਫੀ ਮੰਗੀ ਅਤੇ ਕਿਹਾ ਕਿ ਅੱਗੇ ਤੋਂ ਜਿਵੇਂ ਤੁਸਾਂ ਹੁਕਮ ਕੀਤਾ ਹੈ ਤਿਵੇਂ ਹੀ ਕਰਾਂਗਾ। ਗੁਰੂ ਜੀ ਨੇ ਕਿਹਾ, ਜਿਹੜਾ ਸਿੱਖ ਰਾਤ ਨੂੰ ਸੌਣ ਲੱਗਿਆ ਪ੍ਰੇਮ ਨਾਲ ਕੀਰਤਨ ਸੋਲੇ ਦਾ ਪਾਠ ਕਰਕੇ ਸੌਵੇਗਾ ਉਸ ਦਾ ਗੁਰੂ ਰਖਵਾਲਾ ਹੋਵੇਗਾ ਤੇ ਰਾਤ ਦੇ ਸਭ ਵਿਘਨਾਂ ਤੋਂ ਰੱਖਿਆ ਕਰੇਗਾ। ਸਭ ਸੰਗਤ ਨੇ ਆਪ ਜੀ ਦੇ ਬਚਨ ਸੁਣ ਕੇ ਕੀਰਤਨ ਸੋਹਿਲੇ ਦਾ ਪਾਠ ਰਾਤ ਨੂੰ ਸੌਣ ਲੱਗਿਆ ਕਰਨ ਦਾ ਹੀ ਨਿਸ਼ਚੈ ਕਰ ਲਿਆ। 3 ਸਾਲ ਜਦ ਲਹਿਣਾ ਜੀ ਨੂੰ ਗੁਰੂ ਜੀ ਪਾਸ ਬੀਤ ਗਏ ਤਾਂ ਗੁਰੂ ਜੀ ਨੇ ਇੱਕ ਦਿਨ ਆਖਿਆ ਕਿ ਘਰ ਜਾ ਕੇ ਖਬਰਸਾਰ ਲੈ ਆਓ। ਤਦ ਆਗਿਆ ਮੰਨ ਕੇ ਲਹਿਣਾ ਜੀ ਖਡੂਰ ਆਪਣੇ ਪਰਿਵਾਰ ਪਾਸ ਪਹੁੰਚ ਗਏ। ਆਪ ਜੀ ਦਾ ਆਉਣਾ ਸੁਣ ਕੇ ਬਹੁਤ ਲੋਕ ਆਪ ਜੀ ਨੂੰ ਮਿਲਣ ਆਏ। ਪਿੰਡ ਦੇ ਚੌਧਰੀ ਤਖਤ ਮੱਲ ਨੇ ਆਣ ਕੇ ਜਦ ਨਮਸਕਾਰ ਕੀਤੀ ਤਾਂ ਲਹਿਣਾ ਜੀ ਨੇ ਆਖਿਆ, ਚੌਧਰੀ ਜੀ ਪੈਰਾਂ ਨੂੰ ਹੱਥ ਕਿਉਂ ਲਾਉਂਦੇ ਹੋ? ਅੱਗੇ ਵਾਂਗ ਗਲਵੱਕੜੀ ਪਾ ਕੇ ਗਲ ਮਿਲੋ। ਤੁਸੀਂ ਬਜ਼ੁਰਗ ਪਿੰਡ ਦੇ ਚੌਧਰੀ ਹੋ। ਚੌਧਰੀ ਨੇ ਕਿਹਾ, ਤੁਸੀਂ ਮਹਾਂਪੁਰਸ਼ ਪਾਸ ਰਹਿ ਕੇ ਉਹਨਾਂ ਸਮਾਨ ਹੀ ਹੋ ਗਏ ਹੋ, ਇਸ ਕਰਕੇ ਤੁਹਾਨੂੰ ਨਮਸਕਾਰ ਕਰਨੀ ਹੀ ਠੀਕ ਹੈ, ਗੱਲ ਮਿਲਣਾ ਠੀਕ ਨਹੀਂ। ਤਦ ਲਹਿਣਾ ਜੀ ਨੇ ਉਸ ਉੱਤੇ ਬਹੁਤ ਪ੍ਰਸੰਨ ਹੋ ਕੇ ਕਿਹਾ ਕਿ ਤੇਰਾ ਲੋਕ ਪ੍ਰਲੋਕ ਸਫਲਾ ਹੋਵੇ, ਤੇਰੇ ਘਰ ਵਿੱਚ ਅੰਨ ਧਨ ਦੀ ਤੋਟ ਨਾ ਆਵੇ। ਤਖਤ ਮੱਲ ਇਹ ਬਚਨ ਸੁਣ ਕੇ ਨਮਸਕਾਰ ਕਰਕੇ ਮਨ ਵਿੱਚ ਭਾਵ ਭਗਤੀ ਲੈ ਕੇ ਘਰ ਨੂੰ ਚਲਿਆ ਗਿਆ। ਸ਼੍ਰੀ ਲਹਿਣਾ ਜੀ ਕੁਝ ਦਿਨ ਖਡੂਰ ਰਹਿ ਕੇ ਵਾਪਸ ਕਰਤਾਰਪੁਰ ਆ ਗਏ। ਗੁਰੂ ਜੀ ਨੇ ਕਿਹਾ, ਪੁਰਖਾ ਛੇਤੀ ਹੀ ਵਾਪਸ ਆ ਗਿਆ ਹੈ, ਘਰ ਰਹਿਣ ਨੂੰ ਤੇਰਾ ਮਨ ਕਿਉਂ ਨਹੀਂ ਕੀਤਾ? ਲਹਿਣਾ ਜੀ ਨੇ ਕਿਹਾ, ਮਹਾਰਾਜ ਆਪ ਸਭ ਕੁਝ ਜਾਣਦੇ ਹੋ, ਆਉਣਾ ਜਾਣਾ ਮੇਰੇ ਵੱਸ ਨਹੀਂ ਹੈ। ਜਿਵੇਂ ਪਤੰਗ ਡੋਰ ਦੇ ਵੱਸ ਹੁੰਦੀ ਹੈ ਤਿਵੇਂ ਮੇਰਾ ਮਨ ਆਪ ਜੀ ਦੇ ਅਧੀਨ ਹੈ। ਇਹ ਆਖ ਕੇ ਸੇਵਾ ਵਿੱਚ ਲੱਗ ਕੇ ਗੁਰੂ ਗੁਰੂ ਜਪਣ ਲੱਗੇ।